ਡੀਡੀ ਪੰਜਾਬੀ ਤੇ ਖਾਸ ਖਬਰ ਇੱਕ ਨਜ਼ਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਵੰਦਨਾ ਖੰਨਾ ਤੇ ਰੋਜ਼ ਦੀ ਤਰ੍ਹਾਂ ਖਾਸ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ punjabtribune.com ਦੇ ਸੰਪਾਦਕ ਰਾਜੀਵ ਭਾਸਕਰ ਰਾਓ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਰਾਜੀਵ ਜੀ, ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਸੋ ਰੁਕ ਕਰਦੇ ਅੱਜ ਦੀਆਂ ਖਾਸ ਖਬਰਾਂ ਵੱਲ। ਪਹਿਲੀ ਖਬਰ ਦੀ ਗੱਲ ਕਰੀਏ ਤਾਂ ਦਿੱਲੀ 'ਚ ਕਰੋਨਾ ਦੀ ਰਫ਼ਤਾਰ ਕਾਰਨ ਵਿਗੜਦੇ ਹਾਲਾਤ ਸੰਭਲ ਲਈ 2 ਦਿਨਾਂ ਦੇ ਵਿੱਚ ਕਰੋਨਾ ਦੀ ਜਿਹੜੀ ਟੈਸਟਿੰਗ ਹੈ ਉਹ ਦੁੱਗਣੀ ਕਰਨ ਦਾ ਫੈਸਲਾ ਕੀਤਾ ਗਿਆ ਔਰ ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਗੱਲਬਾਤ ਤੋਂ ਬਾਅਦ ਕੇਂਦਰ ਸਰਕਾਰ ਨੇ ਦਿੱਲੀ ਦੀ ਕਮਾਨ ਆਪਣੇ ਹੱਥ ਦੇ ਵਿੱਚ ਲੈ ਲਈ ਹੈ ਕਰੋਨਾ ਦੇ ਖਿਲਾਫ ਲੜਾਈ ਦੇ ਲਈ। ਕੀ ਕਹੋਗੇ ਇਸ ਖਬਰ? ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਕਰੋਨਾ ਦੀ ਸ਼ੁਰੂਆਤ ਹੋਈ ਸੀ, ਸ਼ੁਰੂ ਵਿੱਚ ਇਦਾਂ ਲੱਗਦਾ ਸੀਗਾ ਕਿ ਇਹ ਕਰੋਨਾ ਦਾ ਸੰਕਟ ਸਿਰਫ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਜੀ, ਪਰ ਪਿਛਲੇ ਕੁਝ ਦਿਨਾਂ ਦੀ ਅਗਰ ਕਰੋਨਾ ਦੀ ਰਫ਼ਤਾਰ ਦਿੱਲੀ ਦੇ ਵਿੱਚ ਦੇਖੀ ਜਾਏ, 3 ਦਿਨਾਂ ਦੇ ਵਿੱਚ ਲਗਾਤਾਰ 2000 ਵੱਧ ਤੋਂ ਪੇਸ਼ੈਂਟ ਜ਼ਿਆਦਾ ਆਨੇ ਔਰ ਹੁਣ 45000 ਦੇ ਕਰੀਬ ਦਾ ਆંકੜਾ ਦਿੱਲੀ ਦੇ ਵਿੱਚ ਪਹੁੰਚ ਚੁੱਕਿਆ ਹੈ। ਔਰ ਦਿੱਲੀ ਦੇ ਵਿੱਚ ਲਾਕਡਾਊਨ ਦੇ ਦੌਰਾਨ ਕਰੋਨਾ ਦੇ ਨਾਲ ਨਿਪਟਣ ਵਾਸਤੇ ਕੀਤੇ ਜਾਣ ਵਾਲੇ ਇੰਤਜ਼ਾਮਾਂ ਦੀ ਗੱਲ ਕੀਤੀ ਜਾਏ ਤੇ ਕਿਹਾ ਜਾ ਰਿਹਾ ਸੀਗਾ ਕਿ ਪਿੱਛੇ ਤੁਹਾਨੂੰ ਯਾਦ ਹੋਏਗਾ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਦਿੱਲੀ ਦੇ ਵਿੱਚ ਕਮਿਊਨਿਟੀ ਇਨਫੈਕਸ਼ਨ ਸ਼ੁਰੂ ਹੋ ਗਿਆ ਔਰ ਜੁਲਾਈ ਦੇ ਐਂਡ ਤੱਕ ਤਕਰੀਬਨ 5.5 ਲੱਖ ਪੇਸ਼ੈਂਟ ਦਿੱਲੀ ਦੇ ਵਿੱਚ ਹੋ ਜਾਣਗੇ ਜੀ। ਉਸ ਦੌਰਾਨ ਹੀ ਇਹ ਵੀ ਕਿਹਾ ਗਿਆ ਸੀਗਾ ਕੇਜਰੀਵਾਲ ਦੁਆਰਾ ਕਿ ਵੀ ਦਿੱਲੀ ਦੇ ਵਿੱਚ ਸਿਰਫ ਦਿੱਲੀ ਦੇ ਹੀ ਪੇਸ਼ੈਂਟ ਹਸਪੀਟਲਾਂ ਦੇ ਵਿੱਚ ਇਲਾਜ ਕਰਾ ਸਕਦੇ। ਕੇਂਦਰ ਸਰਕਾਰ ਨੇ ਉਸ ਫੈਸਲੇ ਨੂੰ ਪਲਟਦੇ ਹੋਏ ਅਗਲੇ ਦਿਨ ਹੀ ਇਹ ਕਿਹਾ ਸੀਗਾ ਕਿ ਕੋਈ ਵੀ ਵਿਅਕਤੀ ਦਿੱਲੀ ਦੇ ਵਿੱਚ ਆਪਣਾ ਇਲਾਜ ਕਰਾ ਸਕਦਾ ਜੀ। ਕੱਲ ਅਮਿਤ ਸ਼ਾਹ ਦੇ ਨਾਲ ਕੇਜਰੀਵਾਲ ਉਹਨਾਂ ਦੀ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਅੱਗੇ ਆਉਣ ਵਾਲੇ ਜਿਹੜੇ ਖਤਰੇ ਤੋਂ ਨਿਪਟਣ ਵਾਸਤੇ ਇੰਤਜ਼ਾਮ ਕਰਨ ਦੀ ਗੱਲ ਕੀਤੀ ਗਈ ਔਰ 500 ਟ੍ਰੇਨਾਂ ਯਾਨੀ ਉਹ ਇੱਕ ਆਪਣੇ ਆਪ ਵਿੱਚ ਹਸਪੀਟਲ ਦੇ ਤੌਰ ਤੇ ਉਹ ਟ੍ਰੇਨਾਂ ਮੰਨੀ ਜਾਣਗੀਆਂ ਕਿ ਔਰ ਉਹਦੇ ਵਿੱਚ 8000 ਤੋਂ ਜ਼ਿਆਦਾ ਪੇਸ਼ੈਂਟ ਨੂੰ ਅਕੋਮੋਡੇਟ ਕੀਤਾ ਜਾ ਸਕਦਾ ਹੈ। ਇਹ ਇੱਕ ਬੜੀ ਪੋਜ਼ਿਟਿਵ ਖਬਰ ਹੈਗਾ ਕਿ ਦਿੱਲੀ ਦੇ ਵਿੱਚ ਇੰਤਜ਼ਾਮ ਕਰਨ ਵਾਸਤੇ 500 ਟ੍ਰੇਨਾਂ ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਨੇ ਦੇਣ ਦਾ ਫੈਸਲਾ ਕੀਤਾ ਹੈ। ਉਸ ਤੋਂ ਇਲਾਵਾ ਟੈਸਟ 2 ਦਿਨਾਂ ਦੇ ਵਿੱਚ ਦੁੱਗਣੇ ਕਰਨ ਦੀ ਵੀ ਗੱਲ ਕੀਤੀ ਹੈ ਔਰ ਆਉਣ ਵਾਲੇ ਟਾਈਮ ਵਿੱਚ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਪੇਸ਼ੈਂਟ ਵੱਧਦੇ ਨੇ ਤੇ ਕੀ ਇੰਤਜ਼ਾਮ ਹੋਣਗੇ ਉਹਦੀ ਕਮਾਨ ਕੇਂਦਰ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਵੀ ਇਸ ਤਰ੍ਹਾਂ ਦੀ ਸਥਿਤੀ ਨੂੰ ਨਿਪਟਣ ਵਾਸਤੇ ਇਸ ਤਰ੍ਹਾਂ ਦੇ ਇੰਤਜ਼ਾਮ ਹੋਣੇ ਬਹੁਤ ਜ਼ਰੂਰੀ ਹੈ। ਇਹ ਨਾ ਕੇਵਲ ਦਿੱਲੀ ਦੇ ਵਿੱਚ ਬਾਕੀ ਸੂਬਿਆਂ ਦੇ ਵਿੱਚ ਵੀ, ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ 1 ਮਹੀਨੇ ਬਾਅਦ 2 ਮਹੀਨੇ ਬਾਅਦ ਔਰ ਕਿਸੇ ਜਗ੍ਹਾ 3 ਮਹੀਨੇ ਬਾਅਦ ਕਮਿਊਨਿਟੀ ਇਨਫੈਕਸ਼ਨ ਵੱਧ ਸਕਦਾ ਹੈ ਤੇ ਇੱਦਾਂ ਦੇ ਹਾਲਾਤ ਨੂੰ ਨਿਪਟਣ ਵਾਸਤੇ, ਇੱਦਾਂ ਦੇ ਹਾਲਾਤ ਨਾਲ ਨਿਪਟਣ ਵਾਸਤੇ ਕੁਝ ਫੈਸਲੇ ਜੋ ਸਾਰੀ ਸੂਬੇ ਦੀ ਸਰਕਾਰਾਂ ਨੂੰ ਲੈਣੇ ਚਾਹੀਦੇ ਆ, ਉਹਦੀ ਮੈਨੂੰ ਲੱਗਦਾ ਤਿਆਰੀ ਕਰਨੀ ਚਾਹੀਦੀ ਹੈ ਜੀ। ਬਿਲਕੁਲ, ਜਿਵੇਂ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਦਿਨ ਬ ਦਿਨ ਜਿਹੜੇ ਮਾਮਲੇ ਨੇ ਕਰੋਨਾ ਦੇ ਉਹ ਵੱਧ ਰਹੇ ਨੇ ਔਰ ਬੈੱਡ ਨਾ ਮਿਲਣ ਕਰਕੇ, ਇਲਾਜ ਦੇ ਲਈ ਜਿਹੜੀ ਹੈ ਬੈੱਡ ਨਾ ਮਿਲਣ ਕਰਕੇ ਬਹੁਤ ਸਾਰੇ ਮਰੀਜ਼ ਜਿਹੜੇ ਨੇ ਉਹ ਪੰਜਾਬ ਵੱਲ ਰੁਖ ਕਰ ਰਹੇ ਨੇ। ਪੰਜਾਬ 'ਚ ਇਹਨਾਂ ਮਰੀਜ਼ਾਂ ਨੂੰ ਲੈ ਕੇ ਕੀ ਤਿਆਰੀਆਂ ਨੇ? ਪੰਜਾਬ ਦੇ ਵਿੱਚ ਤਿਆਰੀ ਕਹਿਣ ਨੂੰ ਤੇ ਕਾਗਜ਼ੀ ਤੌਰ ਤੇ ਤੁਹਾਨੂੰ ਯਾਦ ਹੋਏਗਾ ਜਦ ਵੀ ਕਦੀ ਮੌਨਸੂਨ ਤੋਂ ਪਹਿਲੇ ਚਾਹੇ ਉਹ ਨਿਗਮ ਹੋਏ ਜਾਂ ਸਰਕਾਰਾਂ ਹੋਣ, ਬੜੀ ਗੱਲਾਂ ਕਰਦੇ ਹੁੰਦੇ ਕਿ ਵੀ ਅਸੀਂ ਮੌਨਸੂਨ ਤੋਂ ਨਿਪਟਣ ਵਾਸਤੇ ਪੂਰੇ ਤਰੀਕੇ ਨਾਲ ਤਿਆਰ ਹਾਂ ਜੀ। ਔਰ ਜਦ ਮੌਨਸੂਨ ਦੀ ਪਹਿਲੀ ਬਾਰਿਸ਼ ਆਉਂਦੀ ਹੈ ਤੇ ਸਾਰੀ ਜਗ੍ਹਾ ਉਹ ਜਿਹੜੀ ਤਿਆਰੀਆਂ ਸੀਗੀ ਉਹ ਬਿਲਕੁਲ ਖਰਾਬ ਜਾਂ ਬਿਲਕੁਲ ਫੇਲ ਨਜ਼ਰ ਆਉਂਦੀ ਹੈ। ਇਸ ਤਰੀਕੇ ਨਾਲ ਹੀ ਕਰੋਨਾ ਨੂੰ ਨਿਪਟਣ ਵਾਸਤੇ ਪੰਜਾਬ ਸਰਕਾਰ ਨੇ ਵੀ ਪੂਰੀ ਤਿਆਰੀਆਂ ਕੀਤੀ ਹੋਈਆਂ। ਹਾਲਾਂਕਿ ਪੰਜਾਬ ਦੇ ਵਿੱਚ ਸਥਿਤੀ ਕੰਟਰੋਲ ਦੇ ਵਿੱਚ ਹੈਗੀ ਹੈ ਕਿਉਂਕਿ ਇੱਥੇ 88% ਰਿਕਵਰੀ ਹੈਗੀ ਹੈ ਪੇਸ਼ੈਂਟ ਦੇ ਵਿੱਚ ਤੇ ਐਕਟਿਵ ਕੇਸਿਸ ਮੇਰੇ ਖਿਆਲ 700 ਦੇ ਕਰੀਬ ਹੈਗੇ ਹੈ। ਪਰ ਫਿਰ ਵੀ ਇਸ ਸਿਚੁਏਸ਼ਨ ਨੂੰ ਤੋਂ ਨਿਪਟਣ ਵਾਸਤੇ ਸਰਕਾਰ ਨੂੰ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਜਦ ਇਹ ਗੱਲ ਕਹੀ ਸੀ ਕਿ ਅਗਸਤ, ਅਕਤੂਬਰ, ਸਪਟੈਂਬਰ ਦੇ ਵਿੱਚ ਕਰੋਨਾ ਆਪਣੇ ਪੀਕ ਵਿੱਚ ਹੋਏਗਾ ਔਰ ਤਕਰੀਬਨ 80% ਤੋਂ ਵੱਧ ਲੋਕਾਂ ਨੂੰ ਕਰੋਨਾ ਅਫੈਕਟ ਹੋਏਗਾ। ਪਰ ਹੁਣ ਉਹ ਗੱਲ ਪਹਿਲੇ ਤੇ ਇੱਦਾਂ ਲੱਗਦਾ ਸੀਗਾ ਕਿ ਪਤਾ ਨਹੀਂ ਕੈਪਟਨ ਸਾਹਿਬ ਨੇ ਇਹ ਸਟੇਟਮੈਂਟ ਕਿੱਦਾਂ ਦੇ ਦਿੱਤੀ। ਹਾਲਾਂਕਿ ਕੈਪਟਨ ਸਾਹਿਬ ਨੇ ਇਹ ਗੱਲ ਵੀ ਕਹੀ ਸੀ ਕਿ PGI ਦੇ ਸੋਰਸਿਸ ਦੇ ਹਵਾਲੇ ਦੇ ਵਿੱਚ ਉਹਨਾਂ ਨੇ ਇਹ ਖਬਰ ਜਾਂ ਇਹ ਜਿਹੜੀ ਕਲੇਮ ਕੀਤਾ ਹੈ, ਪਰ ਉਹ ਗੱਲਾਂ ਹੁਣ ਸੱਚ ਹੁੰਦੀਆਂ ਨਜ਼ਰ ਆ ਰਹੀਆਂ। ਪਰ ਕੈਪਟਨ ਸਾਹਿਬ ਨੇ ਜੋ ਸਟੇਟਮੈਂਟ ਦਿੱਤੀ ਸੀ ਉਹਦੀ ਤਿਆਰੀ ਕਰਨੀ ਵੀ ਬਹੁਤ ਜ਼ਰੂਰੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਸੂਬੇ ਦੀ ਸਰਕਾਰ ਆਉਣ ਵਾਲੀ ਸਥਿਤੀ ਤੋਂ ਨਿਪਟਣ ਵਾਸਤੇ ਕੁਛ ਨਾ ਕੁਛ ਤਿਆਰੀ ਜ਼ਰੂਰ ਕਰ ਰਹੇਗੀ, ਪਰ ਉਹਨਾਂ ਤਿਆਰੀਆਂ ਦਾ ਖੁਲਾਸਾ ਵੀ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਦਿੱਲੀ ਸਰਕਾਰ ਨੇ ਤੇ ਫਿਰ ਵੀ ਕੇਂਦਰ ਸਰਕਾਰ ਨਾਲ ਮਿਲ ਕੇ ਕੁਝ ਇੰਤਜ਼ਾਮ ਕੀਤੇ ਨੇ, ਪਰ ਸੂਬੇ ਦੀ ਸਰਕਾਰ ਨੇ ਅਗਰ ਸਥਿਤੀ ਆਊਟ ਆਫ ਕੰਟਰੋਲ ਹੁੰਦੀ ਹੈ ਤਾਂ ਉਹਦੇ ਵਾਸਤੇ ਕੀ ਇੰਤਜ਼ਾਮ ਕੀਤੇ ਨੇ ਇਹ ਵੀ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਆਪਣੀ ਸਰਕਾਰ ਦੇ ਉੱਤੇ ਪੂਰਾ ਭਰੋਸਾ
ਰਹੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਇੰਤਜ਼ਾਮ ਕੀ ਹੈਗੇ ਨੇ ਉਹਦੀ ਵੀ ਜਾਣਕਾਰੀ ਹੋਏ। ਜੀ ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ICMR ਦੇ ਰਿਸਰਚ ਵਿਭਾਗ ਨੇ ਇੱਕ ਸਟੱਡੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਦੇ ਵਿੱਚ ਕਰੋਨਾ ਦੇ ਕੇਸ ਮਿਡ ਨਵੰਬਰ ਤੱਕ ਆਪਣੇ ਪੀਕ ਤੇ ਗਿਣਤੀ ਦੇ ਮਾਮਲੇ ਦੇ ਵਿੱਚ ਆਪਣੇ ਪੀਕ ਤੇ ਪਹੁੰਚ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਹੁਤ ਜ਼ਰੂਰੀ ਹੈ ਇਹਨਾਂ ਹਾਲਾਤਾਂ ਦੇ ਨਾਲ ਨਿਪਟਣ ਦੇ ਲਈ ਮੈਡੀਕਲ ਤਿਆਰੀਆਂ ਕੀਤੀਆਂ ਜਾਣ। ਤੁਹਾਨੂੰ ਕੀ ਲੱਗਦਾ ਹੈ ਕਿ ਤਿਆਰੀਆਂ ਦੇ ਮਾਮਲੇ ਦੇ ਵਿੱਚ ਦੇਸ਼ ਕਿੱਥੇ ਖੜਾ ਹੈ? ਤਿਆਰੀਆਂ ਦੇ ਮਾਮਲੇ ਦੇ ਵਿੱਚ ਦੇਸ਼ ਹਜੇ ਕਾਫੀ ਪਿੱਛੇ ਚੱਲ ਰਿਹਾ ਹੈ, ਕਿਉਂਕਿ ਜਿਸ ਤਰੀਕੇ ਨਾਲ ਵੈਂਟੀਲੇਟਰਸ ਚਾਹੀਦੇ ਸੀਗੇ, ਜਿਸ ਤਰੀਕੇ ਨਾਲ ਹਸਪੀਟਲਸ ਦੇ ਵਿੱਚ ਬੈੱਡ ਚਾਹੀਦੇ ਸੀਗੇ, ਦਿੱਲੀ ਦੇ ਵਿੱਚ ਹਜੇ 2000-3000 ਬੈੱਡ ਦੀ ਲੋੜ ਵੀ ਜਦ ਪੈਂਦੀ ਸੀਗੀ ਤਦ ਵੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਮਰਜ਼ੀ ਟੀਵੀ ਚੈਨਲ ਨੂੰ ਖੋਲ ਕੇ ਦੇਖ ਲਓ, ਦਿੱਲੀ ਦੇ ਇੰਤਜ਼ਾਮ ਫੇਲ ਹੋਏ, ਇਸ ਗੱਲ ਦੀ ਰਿਲੇਟਡ ਖਬਰ ਤੁਹਾਨੂੰ ਮਿਲ ਜਾਏਗੀ। ਹੁਣ ਅਗਰ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ISMR ਦੀ ਰਿਪੋਰਟ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਕਰੋਨਾ ਆਪਣੇ ਪੂਰੇ ਪੀਕ ਤੇ ਹੋਏਗਾ, ਤੇ ਉਸ ਤੋਂ ਪਹਿਲੇ ਸਰਕਾਰਾਂ ਦੀ ਕੀ ਤਿਆਰੀ ਹੈ ਔਰ ਅਗਰ ਇਹ ਪੀਕ ਤੇ ਹੁੰਦਾ ਹੈ, ਪੀਕ ਅਗਰ ਇੰਡੀਆ ਦੀ ਪੀਕ ਦੀ ਗੱਲ ਕਰੀਏ ਤੇ ਅਗਰ 80% ਲੋਕਾਂ ਨੂੰ ਕਰੋਨਾ ਹੁੰਦਾ ਹੈ ਤੇ ਇਹ ਦੇਖੋ ਕਿ ਉਹ ਇੰਤਜ਼ਾਮ ਕਿੱਦਾਂ ਦੇ ਚਾਹੀਦੇ ਹੋ ਸਕਦੇ, ਕਿਉਂਕਿ ਸਾਡੀ 130 ਕਰੋੜ ਦੀ ਜਨਸੰਖਿਆ ਹੈ। ਜੇ 80% ਨੂੰ ਹੁੰਦੇ ਤੇ 100 ਕਰੋੜ ਲੋਕਾਂ ਨੂੰ ਹੋ ਗਿਆ। ਜੇ 100 ਕਰੋੜ ਲੋਕਾਂ ਨੂੰ ਕਰੋਨਾ ਹੋ ਗਿਆ ਤੇ ਉਹਦੇ ਇੰਤਜ਼ਾਮ ਕਰਨੇ ਕਿਸੇ ਦੇ ਵੱਸ ਦੇ ਤੇ ਨਹੀਂ ਹੈਗੇ, ਪਰ ਫਿਰ ਵੀ ਜਿਹੜੇ ਜ਼ਿਆਦਾ ਜਿਨ੍ਹਾਂ ਦੀ ਨਾਜ਼ੁਕ ਹਾਲਤ ਹੋਏਗੀ, ਜਿਨ੍ਹਾਂ ਪੇਸ਼ੈਂਟਸ ਦੀ, ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ, ਇਹਦੇ ਇੰਤਜ਼ਾਮ ਕਰਨ ਦੀ ਜ਼ਰੂਰਤ ਹੈਗੀ ਹੈ। ਪਰ ਹਜੇ ਤੱਕ ਇਹ ਦੇਖਿਆ ਹੈ ਕਿ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਿੱਥੇ ਕਰੋਨਾ ਆਪਣੀ ਪੀਕ ਤੇ ਪਹੁੰਚਿਆ ਜਾਂ ਪੀਕ ਤੇ ਨਹੀਂ ਵੀ ਪਹੁੰਚਿਆ, ਉੱਥੇ ਵੀ ਕੀਤੇ ਗਏ ਇੰਤਜ਼ਾਮ ਐਕਸਪੋਜ਼ ਹੋ ਗਏ। ਇਟਲੀ ਵਰਗੀ ਕੰਟਰੀ ਜਿਹੜੀ ਹੈਲਥ ਸਿਸਟਮ ਵਾਸਤੇ ਨੰਬਰ 2 ਦੇ ਵਿੱਚ ਆਉਂਦੀ ਹੈ ਪੂਰੇ ਵਿਸ਼ਵ ਵਿੱਚ, ਉਹਨਾਂ ਦੇ ਵੀ ਇੰਤਜ਼ਾਮ ਇੰਨੇ ਕੁ ਘੱਟ ਨਜ਼ਰ ਆਏ ਕਿ ਉੱਥੇ ਕਈ ਲੋਕਾਂ ਦਾ ਇਲਾਜ ਹੋ ਹੀ ਨਹੀਂ ਪਾਇਆ ਤੇ ਉਹ ਸੜਕਾਂ ਤੇ ਦਮ ਤੋੜ ਗਏ। ਤੇ ਭਾਰਤ ਦਾ ਕੀ ਹੋਏਗਾ ਤੁਸੀਂ ਆਪ ਸੋਚ ਸਕਦੇ ਹੋ। ਜੀ ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਬਾਹਰੀ ਸੂਬਿਆਂ ਤੋਂ ਝੋਨੇ ਦੀ ਬਿਜਾਈ ਦੇ ਲਈ ਬਿਨਾਂ ਮੈਡੀਕਲ ਜਾਂਚ ਤੋਂ ਪੰਜਾਬ ਦੇ ਮੰਡੀ ਗੋਬਿੰਦਗੜ੍ਹ 'ਚ ਪਹੁੰਚੇ ਪ੍ਰਵਾਸੀ ਕਾਮਿਆਂ ਦੀ ਜਿਹੜੀਆਂ ਭਰੀਆਂ 2 ਬੱਸਾਂ ਜਿਹੜੀਆਂ ਹੈਗੀਆਂ ਉਹ ਫੜੀਆਂ ਗਈਆਂ ਨੇ। ਔਰ ਤੁਹਾਨੂੰ ਕੀ ਲੱਗਦਾ ਕਿ ਰਾਜੀਵ ਜੀ, ਇਸ ਤਰ੍ਹਾਂ ਇੱਕ ਸੂਬੇ ਤੋਂ ਦੂਜੇ ਸੂਬੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਬਿਨਾਂ ਜਾਂਚ ਦੇ ਮੈਡੀਕਲ ਕਿੰਨਾ ਖਤਰਨਾਕ ਹੋ ਸਕਦਾ? ਇਹ ਚੀਜ਼ ਹੀ ਹੈ ਜਿਹੜਾ ਕਰੋਨਾ ਦੇ ਸੰਕਟ ਨੂੰ ਵਧਾ ਸਕਦੀ ਹੈ, ਕਿਉਂਕਿ 2 ਇਨਸੀਡੈਂਟ ਕੱਲ ਹੋਏ। ਕੁਝ ਲੋਕ ਇੱਥੋਂ ਆਪਣੇ ਯੂਪੀ ਬਿਹਾਰ ਦੇ ਵਿੱਚ ਬੱਸਾਂ ਦੇ ਵਿੱਚ ਇਲੀਗਲ ਤਰੀਕੇ ਨਾਲ ਜਾ ਰਹੇ ਸੀਗੇ ਔਰ ਕੁਝ ਲੋਕ ਉੱਥੋਂ ਇਲੀਗਲ ਤਰੀਕੇ ਨਾਲ ਆ ਰਹੇ ਸੀਗੇ। ਜਿਹੜੇ ਆਉਣ ਵਾਲੇ ਬੰਦੇ ਸੀ ਉਹਨਾਂ ਨੇ, ਕਿਸਾਨਾਂ ਨੇ, ਖਾਸ ਕਰਕੇ ਜ਼ਮੀਂਦਾਰ ਵੱਡੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਵਾਸਤੇ ਕੁਝ ਇੰਤਜ਼ਾਮ ਕਰਕੇ ਆਪਣੇ ਖਰਚੇ ਦੇ ਉੱਤੇ ਯੂਪੀ ਬਿਹਾਰ ਬੱਸਾਂ ਭੇਜੀ, ਉੱਥੋਂ ਲੇਬਰ ਨੂੰ ਲੈ ਕੇ ਆਏ ਤੇ ਆਪਣੇ ਖੇਤਾਂ ਦੇ ਵਿੱਚ ਉਹਨਾਂ ਲੇਬਰ ਨੂੰ ਲਾਉਣ ਦੀ ਗੱਲ ਕੀਤੀ ਗਈ ਸੀ। ਦੂਜੇ ਪਾਸੇ ਅਗਰ ਗੱਲ ਕਰੀਏ, ਇੱਥੋਂ ਕੁਝ ਟਰਾਂਸਪੋਰਟਰ ਯੂਪੀ ਬਿਹਾਰ ਦੀ ਲੇਬਰ ਨੂੰ ਬੜੇ ਵੱਡੇ ਅਮਾਊਂਟ ਦੇ ਉੱਤੇ, ਯਾਨੀ 3-3, 4-4 ਹਜ਼ਾਰ ਰੁਪਏ ਪਰ ਜਿਹੜਾ ਪੈਸੇਂਜਰ ਹੈ ਉਹ ਲੈ ਕੇ ਦੂਜੇ ਸੂਬਿਆਂ ਦੇ ਵਿੱਚ ਛੱਡਣ ਜਾ ਰਹੇ ਸੀ। ਔਰ ਇੱਕ ਮਾਨਸਾ ਦੇ ਵਿੱਚ ਕੁਝ ਬੱਸਾਂ ਫੜੀ ਗਈ ਜਿਹੜੀ ਇੱਥੋਂ ਦੂਜੇ ਸੂਬਿਆਂ ਦੇ ਵਿੱਚ ਜਾ ਰਹੀ ਸੀ, ਔਰ ਕੁਝ ਫਤਿਹਗੜ੍ਹ ਸਾਹਿਬ ਦੇ ਵਿੱਚ ਬੱਸਾਂ ਫੜੀ ਗਈ ਜੋ ਦੂਜੇ ਸੂਬਿਆਂ ਤੋਂ ਲੇਬਰ ਨੂੰ ਲੈ ਕੇ ਪੰਜਾਬ ਦੇ ਵਿੱਚ ਆ ਰਹੀ ਸੀ। ਇਹਨਾਂ ਦੋਨੋਂ ਘਟਨਾਵਾਂ ਨਾਲ ਇਹ ਗੱਲ ਜ਼ਰੂਰ ਸਾਬਿਤ ਹੁੰਦੀ ਹੈ ਕਿ ਲੋਕ ਆਪਣੇ ਲੋੜਮੰਦ ਤਰੀਕੇ ਨਾਲ ਸੂਬੇ ਤੋਂ ਬਾਹਰ ਜਾ ਰਹੇ ਨੇ ਔਰ ਸੂਬੇ ਦੇ ਵਿੱਚ ਆ ਰਹੇ ਨੇ, ਕਿਉਂਕਿ ਲੇਬਰ ਦੀ ਲੋੜ ਅੱਜ ਦੀ ਡੇਟ 'ਚ ਇੰਡਸਟਰੀ ਨੂੰ ਬਹੁਤ ਜ਼ਿਆਦਾ ਹੈਗੀ। ਔਰ ਇੰਡਸਟਰੀ ਮਿਨਿਸਟਰ ਦਾ ਵੀ ਪਿੱਛੇ ਬਿਆਨ ਆਇਆ ਸੀਗਾ ਕਿ ਜਿਹੜੀ ਲੇਬਰ ਹੁਣ ਪੰਜਾਬ ਛੱਡ ਕੇ ਬਾਹਰ ਗਈ ਹੈ ਉਹਨਾਂ ਨੂੰ ਲਿਆਉਣ ਦਾ ਇੰਤਜ਼ਾਮ ਕੇਂਦਰ ਸਰਕਾਰ ਕਰੇ। ਔਰ ਕੇਂਦਰ ਸਰਕਾਰ ਨੇ ਤੇ ਪਤਾ ਨਹੀਂ ਕਦੋਂ ਇੰਤਜ਼ਾਮ ਕਰਨਾ ਸੀ, ਪਰ ਕੁਝ ਜ਼ਮੀਂਦਾਰਾਂ ਨੇ ਆਪਣੇ ਖਰਚੇ ਦੇ ਉੱਤੇ ਲਗਜ਼ਰੀ ਗੱਡੀਆਂ ਭੇਜ ਕੇ, ਬੱਸਾਂ ਭੇਜ ਕੇ ਉਸ ਲੇਬਰ ਨੂੰ ਵਾਪਸ ਲਿਆਉਣ ਦਾ ਇੰਤਜ਼ਾਮ ਜ਼ਰੂਰ ਕੀਤਾ ਹੈ। ਪਰ ਉਸ ਇੰਤਜ਼ਾਮ ਦੇ ਰਾਹੀਂ ਇਹ ਵੀ ਗੱਲ ਸਾਬਿਤ ਹੁੰਦੀ ਹੈ ਕਿ ਇਹ ਇੱਕ ਰਿਸਕੀ ਇੰਤਜ਼ਾਮ ਹੈ, ਕਿਉਂਕਿ ਇਲੀਗਲ ਤਰੀਕੇ ਤੇ ਬਿਨਾਂ ਕਿਸੇ ਮੈਡੀਕਲ ਚੈੱਕਅਪ ਤੋਂ ਅਗਰ ਕੁਝ ਲੋਕ ਸੂਬੇ ਤੋਂ ਬਾਹਰ ਤੋਂ ਆਉਂਦੇ ਨੇ, ਕੱਲ੍ਹ ਨੂੰ ਉਹਨਾਂ ਵਿੱਚ ਕੋਈ ਕਰੋਨਾ ਦਾ ਮਰੀਜ਼ ਹੋਇਆ ਔਰ ਉਹ ਸੰਕਰਮਣ ਦੇ ਫੈਲਣ ਦਾ ਕਾਰਨ ਬਣਿਆ ਤੇ ਉਹਦਾ ਰਿਸਪੌਂਸਿਬਲ ਕੌਣ ਹੋਏਗਾ? ਇਸ ਗੱਲ ਦਾ ਜਵਾਬ ਹਜੇ ਤੱਕ ਨਾ ਜ਼ਮੀਂਦਾਰ ਦੇ ਪਾ ਰਹੇ ਨੇ, ਨਾ ਸਰਕਾਰਾਂ ਦੇ ਪਾ ਰਹੀ ਹੈ। ਸਰਕਾਰ ਵੀ ਚਾਹੁੰਦੀ ਹੈ ਬਾਹਰੋਂ ਲੇਬਰ ਹੁਣ ਵਾਪਸ ਆਏ, ਪਰ ਉਹ ਆਏ ਕਿਸ ਤਰੀਕੇ ਨਾਲ ਔਰ ਕਿਸ ਤਰੀਕੇ ਨਾਲ ਇਸ ਗੱਲ ਦਾ ਖਿਆਲ ਰੱਖਿਆ ਜਾਏ ਕਿ ਅੱਗੇ ਚੱਲ ਕੇ ਉਹ ਕਰੋਨਾ ਨੂੰ ਨਾ ਫੈਲਾਣ। ਅਗਰ ਕਰੋਨਾ ਅਫੈਕਟਡ ਹੈਗੇ ਹੈ ਤੇ ਉਹਦਾ ਪ੍ਰੋਪਰ ਆਈਸੋਲੇਸ਼ਨ, ਇਲਾਜ ਬਹੁਤ ਜ਼ਰੂਰੀ ਹੈ। ਪਰ ਇੱਕ ਰਿਸਕ ਫੈਕਟਰ ਤੇ ਹੈਗਾ ਹੀ ਹੈ ਔਰ ਉਸ ਰਿਸਕ ਫੈਕਟਰ ਨੂੰ ਰੋਕਣ ਵਾਸਤੇ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਇੱਕ ਟਰਾਂਸਪੋਰਟਰ ਔਰ ਕੁਝ ਜ਼ਮੀਂਦਾਰਾਂ ਦੇ ਖਿਲਾਫ ਕੇਸ ਵੀ ਕੱਲ੍ਹ ਕੀਤਾ। ਜੀ ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਦੇਸ਼ ਕਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ ਔਰ ਵੱਧ ਕੇ 50% ਤੋਂ ਵੀ ਜ਼ਿਆਦਾ ਹੋ ਗਈ ਹੈ। ਗੱਲ ਕਰੀਏ ਠੀਕ ਹੋਣ ਵਾਲੇ ਮਰੀਜ਼ਾਂ ਦੀ ਤਾਂ 1,69,000 ਤੋਂ ਵੱਧ ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਨੇ ਔਰ 1,49,000 ਤੋਂ ਵੱਧ ਡਾਕਟਰੀ ਨਿਗਰਾਨੀ ਹੇਠ ਨੇ।
ਕਿਵੇਂ ਵੇਖਦੇ ਹੋ ਨਾ ਆંકੜਿਆਂ ਨੂੰ? ਇਹ ਇੱਕ ਪੋਜ਼ਿਟਿਵ ਗੱਲ ਕਰੋਨਾ ਦੇ ਵਿੱਚ ਇਹ ਜ਼ਰੂਰ ਹੈ ਕਿ ਇਹਦੀ ਰਿਕਵਰੀ ਰੇਟ ਕਾਫੀ ਅੱਛੀ ਹੈ। ਹੁਣ ਅਗਰ ਟੋਟਲ ਆંકੜੇ ਦੀ ਤਰਫ ਦੇਖਿਆ ਜਾਏ ਤੇ ਕਰੀਬ 50% ਦੇ ਕਰੀਬ ਲੋਕ ਹੁਣ ਇਸ ਤੋਂ ਠੀਕ ਹੋ ਚੁੱਕੇ ਨੇ, ਭਾਰਤ ਦੇ ਵਿੱਚ ਵੀ ਔਰ ਦੁਨੀਆ ਦੇ ਵਿੱਚ ਵੀ। ਔਰ ਅਗਰ ਪੰਜਾਬ ਦੀ ਗੱਲ ਕਰੀਏ ਤੇ 80% ਤੋਂ ਵੱਧ ਲੋਕ ਰਿਕਵਰਡ ਹੋ ਚੁੱਕੇ ਨੇ। ਔਰ ਇਹੀ ਕਾਰਨ ਹੈ ਕਿ ਭਾਵੇਂ ਕਰੋਨਾ ਤੋਂ ਸੰਕਰਮਿਤ ਲੋਕਾਂ ਦਾ ਆંકੜਾ 3000 ਤੋਂ ਵੱਧ ਹੈ, ਪਰ ਅੱਜ ਐਕਟਿਵ ਮਰੀਜ਼ ਪੰਜਾਬ ਦੇ ਵਿੱਚ ਸਿਰਫ 700 ਹੈਗੇ ਆ। ਇਹ ਇੱਕ ਪੋਜ਼ਿਟਿਵ ਗੱਲ ਵੀ ਹੈਗੀ ਹੈ। ਔਰ ਇਸ ਤਰੀਕੇ, ਕਿਉਂਕਿ ਕਰੋਨਾ ਦੀ ਹਜੇ ਤੱਕ ਵੈਕਸੀਨ ਨਹੀਂ ਬਣੀ, ਕੋਈ ਦਵਾਈ ਨਹੀਂ ਬਣੀ। ਇਹ ਇੱਕ 14 ਦਿਨ ਦਾ ਸਾਈਕਲ ਹੁੰਦਾ ਜਿਹਦੇ ਕਰਕੇ ਕਰੋਨਾ ਹੋ ਕੇ ਇੱਕ ਵਾਪਸੀ ਰਿਕਵਰੀ ਦੀ ਤਰਫ ਜਾਂਦਾ ਹੈ। ਔਰ ਅਗਰ ਉਹ ਠੀਕ ਹੋ ਜਾਂਦੇ ਹੈ ਤੇ ਉਹਨੂੰ ਆਪਣੀ ਉਪਲਬਧੀ ਸਰਕਾਰਾਂ ਦੱਸਦੀ ਹੈ। ਪਰ ਇਸ ਪ੍ਰੋਸੈਸ ਦੇ ਵਿੱਚ ਆਟੋਮੈਟਿਕ ਪੇਸ਼ੈਂਟ ਦਾ ਠੀਕ ਹੋਣਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਾਈਨ ਹੈਗਾ, ਬਹੁਤ ਅੱਛਾ ਸਾਈਨ ਹੈਗਾ। ਔਰ 50% ਤੋਂ ਵੱਧ ਦੀ ਰਿਕਵਰੀ, ਪਰ ਇਹ ਰਿਕਵਰੀ ਹੋਰ ਜ਼ਿਆਦਾ ਹੋਣੀ ਚਾਹੀਦੀ ਹੈ। ਔਰ ਤਦੇ ਹੀ ਜਦ ਇਹ ਰਿਕਵਰੀ ਇੰਨੀ ਕੁ ਜ਼ਿਆਦਾ ਹੋ ਗਈ ਕਿ ਕਰੋਨਾ ਦੇ ਪੇਸ਼ੈਂਟ ਦੀ ਸੰਖਿਆ ਇੱਕ ਤਰੀਕੇ ਨਾਲ ਲੈਵਲ ਤੇ ਆਣੀ ਸ਼ੁਰੂ ਹੋ ਗਈ, ਤਦ ਸਮਝਾਂਗੇ ਕਿ ਅਸੀਂ ਕਰੋਨਾ ਦੇ ਖਿਲਾਫ ਛੇੜੀ ਹੋਈ ਜੰਗ ਨੂੰ ਜਿੱਤਣ ਦੀ ਕਦਾਰ ਤੇ ਪਹੁੰਚ ਗਏ, ਪਰ ਹਜੇ ਬੜੀ ਦੇਰ ਲੱਗੇਗੀ ਇਸ ਗੱਲ। ਜੀ ਰਾਜੀਵ ਜੀ, ਜਿਵੇਂ ਗੱਲ ਕਰੀਏ ਹੋਰ ਦੇਸ਼ਾਂ ਦੀ ਜਿਨ੍ਹਾਂ ਦੇ ਵਿੱਚ ਹਾਲਾਤ ਬਹੁਤ ਖਰਾਬ ਸੀ ਹੁਣ ਤੱਕ ਕਰੋਨਾ ਨੂੰ ਲੈ ਕੇ, ਉਹਦੇ ਵਿੱਚ ਇੱਕ ਇਟਲੀ ਵੀ ਸੀ। ਔਰ ਕਿਹਾ ਜਾ ਰਿਹਾ ਕਿ ਇਟਲੀ ਦੇ ਵਿੱਚ ਐਂਟੀਬਾਡੀਜ਼ ਜਿਹੜੀਆਂ ਉਹ ਬਣਨੀਆਂ ਤਿਆਰ ਹੋ ਗਈਆਂ। ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤ ਦੇ ਵਿੱਚ ਇਹ ਸਥਿਤੀ ਕਦੋਂ ਆਊਗੀ? ਹਜੇ ਟਾਈਮ ਲੱਗੇਗਾ। ਹੁਣ ਕਈ ਜਗ੍ਹਾ ਇਹ ਖਬਰਾਂ ਆਉਂਦੀਆਂ ਕਿ ਵੀ ਕੁਝ ਸੂਬਿਆਂ ਦੇ ਵਿੱਚ ਵੈਕਸੀਨ ਤਿਆਰ ਕੀਤੇ ਜਾਣ ਦੇ ਦਾਅਵੇ ਹੋਏ ਆ। ਅਮਰੀਕਾ ਨੇ ਵੈਕਸੀਨ ਤਿਆਰ ਕਰ ਲਈ, ਕਦੀ ਖਬਰ ਆਉਂਦੀ ਹੈ ਚਾਈਨਾ ਦੇ ਵਿੱਚ ਟੈਸਟਿੰਗ ਚੱਲ ਰਹੀ ਹੈ। ਉਸ ਵੈਕਸੀਨ ਦਾ ਇੰਤਜ਼ਾਰ ਕਿੰਨਾ ਲੰਬਾ ਹੋਏਗਾ ਜਿਸ ਦਿਨ ਇਹ ਵੈਕਸੀਨ ਬਣਦੀ ਹੈ, ਔਰ ਉਸ ਵੈਕਸੀਨ ਬਣਨ ਦਾ ਲੋਕਾਂ ਤੱਕ ਉਸ ਵੈਕਸੀਨ ਦਾ ਪਹੁੰਚਣਾ ਉਹ ਇੱਕ ਲੰਬਾ ਟਾਈਮ ਹੈ। ਫਿਲਹਾਲ ਕਰੋਨਾ ਦੇ ਖਿਲਾਫ ਲੜਨ ਵਾਸਤੇ ਕਈ ਡਾਕਟਰਾਂ ਦੇ ਵੀ ਬਿਆਨ ਆਏ ਨੇ ਕਿ ਇਹ ਕਰੋਨਾ ਇੱਕ ਵਾਇਰਲ ਟਾਈਪ ਡਿਸੀਜ਼ ਹੈਗੀ ਹੈ ਜੋ ਭਾਰਤ ਦੇ ਵਿੱਚ ਕਈ ਲੋਕਾਂ ਨੂੰ ਹੋਏਗੀ, ਔਰ ਕਈਆਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗੇਗਾ ਕਿ ਉਹਨਾਂ ਨੂੰ ਕਰੋਨਾ ਹੋਇਆ ਹੈ। ਕਿਉਂਕਿ ਇਮਿਊਨ ਸਿਸਟਮ ਅਗਰ ਤੁਹਾਡਾ ਠੀਕ ਹੈ ਤੇ ਤੁਸੀਂ ਕਰੋਨਾ ਦੇ ਖਿਲਾਫ ਸੈਲਫ ਸਟਾਈਲ ਤਰੀਕੇ ਨਾਲ ਵੀ ਤੁਸੀਂ ਲੜ ਸਕਦੇ ਹੋ। ਔਰ ਕਈ ਪੇਸ਼ੈਂਟ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਕਰੋਨਾ ਹੋਇਆ, ਕਰੋਨਾ ਹੋਣ ਤੋਂ ਬਾਅਦ ਉਹ ਠੀਕ ਹੋਏ ਔਰ ਅੱਜ ਉਹ ਬਿਲਕੁਲ ਠੀਕ ਹੈ, ਪਰ ਉਹਨਾਂ ਦੀ ਪੋਜ਼ਿਟਿਵ ਟੈਸਟਿੰਗ ਨਹੀਂ ਆਈ। ਪਰ ਅਗਰ ਇਹ ਹਾਲਾਤ ਹੁੰਦੇ ਨੇ ਤੇ ਮੈਨੂੰ ਇਹ ਲੱਗਾ ਕਿ ਵੀ ਫਿਲਹਾਲ ਕਰੋਨਾ ਦਾ ਡਰ ਲੋਕਾਂ ਦੇ ਵਿੱਚੋਂ ਜਾਣਾ ਬਹੁਤ ਜ਼ਰੂਰੀ ਹੈ। ਪਰ ਫਿਲਹਾਲ ਕਮਿਊਨਿਟੀ ਸਪਰੈਡਿੰਗ ਦੀ ਜਿਹੜੀ ਗੱਲ ਹੋ ਰਹੀ ਹੈ, ਔਰ ਆਉਣ ਵਾਲੇ ਟਾਈਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕੀ ਅਗਰ ਸੰਕਰਮਿਤ ਹੁੰਦੇ ਨੇ ਤੇ ਇਹ ਇੱਕ ਖਤਰੇ ਵਾਲੀ ਗੱਲ ਜ਼ਰੂਰ ਹੋ ਸਕਦੀ ਹੈ। ਜੀ, ਇਸ ਦੇ ਨਾਲ ਹੀ ਗੱਲ ਕਰੀਏ ਕਰੋਨਾ ਦੀ, ਤਾਂ ਪੰਜਾਬ ਦੇ ਨਾਲ ਹਰਿਆਣਾ ਦੇ ਇਸ ਵੇਲੇ ਕੀ ਹਾਲਾਤ ਨੇ? ਹਰਿਆਣਾ ਦੇ ਵਿੱਚ ਵੀ ਕਰੋਨਾ ਦੇ ਦੇਖੋ ਤੁਸੀਂ, ਫਰੀਦਾਬਾਦ ਖਾਸ ਕਰਕੇ ਦਿੱਲੀ ਦੇ ਨਾਲ ਲੱਗਦੇ ਹੋਏ ਜਿੰਨੇ ਵੀ ਜਿਹੜੇ ਡਿਸਟ੍ਰਿਕਟ ਹੈਗੇ ਆ, ਫਰੀਦਾਬਾਦ ਹੋ ਗਿਆ, ਗੁੜਗਾਵਾਂ ਹੋ ਗਿਆ, ਸੋਨੀਪਤ ਹੋ ਗਿਆ, ਇਹਦੇ ਵਿੱਚ ਗੁੜਗਾਵਾਂ ਮੇਰੇ ਖਿਆਲ ਨਾਲ ਪੂਰੇ ਹਰਿਆਣਾ ਦੇ ਵਿੱਚ ਜਿੰਨੇ ਕੇਸ ਨਹੀਂ ਉਹਨੇ ਇਕੱਲੇ ਗੁੜਗਾਵਾਂ ਦੇ ਵਿੱਚ ਹੈਗੇ ਆ। ਔਰ ਇਹੀ ਹਾਲ ਫਰੀਦਾਬਾਦ ਦਾ ਹੈ। ਪਰਸੋਂ 100 ਤੋਂ ਵੱਧ ਕੇਸ ਆਏ ਸੀ, ਕੱਲ 60 ਤੋਂ ਵੱਧ ਆਏ। ਯਾਨੀ ਇਹ ਹਾਲਾਤ ਬਣਦੇ ਰਹੇ ਤੇ ਹਰਿਆਣਾ ਵੀ ਇੱਕ ਦਿੱਲੀ ਦਾ ਰੂਪ ਲੈ ਸਕਦਾ, ਜਿਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਕਰੋਨਾ ਦੇ ਖਿਲਾਫ ਲੜਾਈ ਛੇੜਨ ਦੇ ਬਾਵਜੂਦ ਵੀ ਕਰੋਨਾ ਦੇ ਪੇਸ਼ੈਂਟ ਦਾ ਰੋਜ਼ 2000 ਤੋਂ ਵੱਧ ਦੀ ਗਿਣਤੀ ਵਧਣਾ ਉਹ ਆਪਣੇ ਆਪ ਵਿੱਚ ਕਿੰਨਾ ਖਤਰਨਾਕ ਹੋ ਸਕਦਾ। ਜੀ ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਪਹਿਲੇ ਕਰੋਨਾ ਮੁਕਤ ਦੇਸ਼ ਨਿਊਜ਼ੀਲੈਂਡ ਦੇ ਵਿੱਚ ਰਗਬੀ ਦੇਖਣ 45,000 ਫੈਨ ਪਹੁੰਚੇ ਔਰ ਕਿਹਾ ਜਾ ਰਿਹਾ ਕਿ 15 ਸਾਲ ਦਾ ਜਿਹੜਾ ਰਿਕਾਰਡ ਟੁੱਟ ਗਿਆ ਇੰਨੀ ਵੱਡੀ ਗਿਣਤੀ 'ਚ, ਭਾਰੀ ਗਿਣਤੀ ਦੇ ਵਿੱਚ ਫੈਨਸ ਦਾ ਰਗਬੀ ਦੇਖਣ ਪਹੁੰਚਣਾ। ਕਿਵੇਂ ਵੇਖਦੇ ਹੋ ਇਸ ਖਬਰ ਨੂੰ? ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਪਹਿਲੇ ਔਰ ਦੂਜੇ ਭਾਸ਼ਣ ਦੇ ਵਿੱਚ ਇੱਕ ਗੱਲ ਦੇ ਉੱਤੇ ਜ਼ੋਰ ਦਿੱਤਾ ਸੀਗਾ, ਆਪਦਾ ਮੇਂ ਅਫਸਰ। ਇਹ ਇੱਕ ਅਫਸਰ ਵੀ ਹੈ ਕਿ ਤੁਸੀਂ ਆਪਣੇ ਭਾਰਤ ਨੂੰ ਆਤਮ ਨਿਰਭਰ ਬਣਾ ਸਕਦੇ ਹੋ। ਅਗਰ ਇਸ ਰਗਬੀ ਦੇ ਮੈਚ ਦੇ ਵਿੱਚ 43-47 ਹਜ਼ਾਰ ਲੋਕਾਂ ਦਾ ਆਣਾ ਔਰ ਇੰਨੇ ਟਾਈਮ ਬਾਅਦ ਕਿਸੇ ਸਪੋਰਟਸ ਐਕਟੀਵਿਟੀਜ਼ ਦੇ ਸ਼ੁਰੂ ਹੋਣ ਤੋਂ ਬਾਅਦ, ਔਰ ਖਾਸ ਕਰਕੇ ਉਹ ਨਿਊਜ਼ੀਲੈਂਡ ਜਿਨੇ ਹਾਲ ਹੀ 'ਚ ਹੀ ਆਪਣੇ ਆਪ ਨੂੰ ਕਰੋਨਾ ਮੁਕਤ ਘੋਸ਼ਿਤ ਕੀਤਾ ਸੀਗਾ, ਉਹਦੇ ਵਿੱਚ ਸਪੋਰਟਸ ਲਵਰ ਦਾ ਇੰਨੀ ਵੱਡੀ ਮਾਤਰਾ ਦੇ ਵਿੱਚ ਸਟੇਡੀਅਮ ਪਹੁੰਚਣਾ, ਉਹ ਲੋਕਾਂ ਦਾ ਵਿਸ਼ਵਾਸ ਔਰ ਕਰੋਨਾ ਦਾ ਡਰ ਹਟ ਗਿਆ ਇਸ ਗੱਲ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਦੀ ਹੀ ਕੁਝ ਸਥਿਤੀ ਅਸੀਂ ਭਾਰਤ ਦੇ ਵਿੱਚ ਵੀ ਚਾਹੁੰਦੇ ਹਾਂ ਕਿ ਲੋਕਾਂ ਦਾ ਕਰੋਨਾ ਦੇ ਪ੍ਰਤੀ ਡਰ ਨਿਕਲੇ। ਪਰ ਉਹ ਡਰ ਨਿਕਲਣ ਦਾ ਮਤਲਬ ਇਹ ਨਹੀਂ ਹੈਗਾ ਕਿ ਕਰੋਨਾ ਬਾਹਰ ਹੈਗਾ ਤੁਸੀਂ ਨਾ ਡਰੋ, ਪਰ ਡਰਨਾ ਚਾਹੀਦਾ ਹੈ। ਪਰ ਫਿਲਹਾਲ ਇਹ ਜਿਹੜੀ ਨਿਊਜ਼ੀਲੈਂਡ ਦੀ ਖਬਰ ਹੈ ਉਹ ਪੂਰੇ ਵਿਸ਼ਵ ਵਾਸਤੇ ਇੱਕ ਪੋਜ਼ਿਟਿਵ ਖਬਰ ਨੂੰ ਅਸੀਂ ਲੈ ਸਕਦੇ ਹਾਂ। ਔਰ ਅਸੀਂ ਮੰਨਦੇ ਹਾਂ ਕਿ ਅਗਰ ਹਾਲਾਤ ਇਸ ਤਰ੍ਹਾਂ ਦੇ ਭਾਰਤ ਦੇ ਵਿੱਚ ਵੀ ਹੋਏ ਤੇ ਭਾਰਤ ਦੇ ਵਿੱਚ ਵੀ ਸਪੋਰਟਸ ਲਵਰ, ਹੁਣ IPL ਦੇ ਮੈਚ ਤੁਸੀਂ ਦੇਖਿਆ ਹੋਏਗਾ ਡਿਲੇ ਹੋਏ, ਕੈਂਸਲ ਵੀ ਹੋਏ, ਔਰ ਵਰਲਡ ਕੱਪ ਕ੍ਰਿਕਟ ਦਾ ਵੀ ਹੁਣ ਕੈਂਸਲ ਹੋ ਗਿਆ। ਪਰ ਅਗਰ ਇੱਦਾਂ ਦੀ ਭੀੜ ਅਗਰ ਇੱਦਾਂ ਦੇ ਸਟੇਡੀਅਮਸ ਦੇ ਵਿੱਚ ਆਣੀ ਸ਼ੁਰੂ ਹੋ ਜਾਏਗੀ ਤਾਂ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਨਾਰਮਲ ਹਾਲਾਤ
ਪੂਰੇ ਵਿਸ਼ਵ ਦੇ ਵਿੱਚ ਹੋਣੇ ਸ਼ੁਰੂ ਹੋ ਗਏ ਨੇ। ਜੀ ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਪੰਜਾਬ ਕਾਂਗਰਸ 'ਚ ਛੇਤੀ ਹੀ ਯਾਨੀ ਕਿ ਅਗਲੇ 1 ਮਹੀਨੇ ਦੇ ਵਿੱਚ ਵੱਡੇ ਸਿਆਸੀ ਬਦਲਾਅ ਹੋ ਸਕਦੇ ਨੇ, ਔਰ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਪ੍ਰਧਾਨ ਸੁਨੀਲ ਜਾਖੜ ਸਿਰਫ ਕੰਮ ਕਰ ਰਹੇ ਸੀ ਕਿਉਂਕਿ ਬਹੁਤ ਸਾਰੀਆਂ ਇਕਾਈਆਂ ਜਿਹੜੀਆਂ ਹੁਣ ਤੱਕ ਭੰਗ ਸੀ, ਔਰ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਤੇ ਸਾਰਿਆਂ ਦੀ ਨਜ਼ਰ ਹੈ। ਨਵਜੋਤ ਸਿੰਘ ਸਿੱਧੂ ਉਹਨਾਂ ਦੀ ਭੂਮਿਕਾ ਦੀ ਗੱਲ ਪਿਛਲੇ 23 ਮਈ ਤੋਂ ਬਾਅਦ, ਜੀ ਤੁਹਾਨੂੰ ਯਾਦ ਹੋਏਗਾ ਜਦ ਲੋਕ ਸਭਾ ਦੇ ਇਲੈਕਸ਼ਨ ਸੀਗੇ 17 ਮਈ ਨੂੰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬਠਿੰਡੇ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਸੀਗਾ, ਜੀ ਉਹਦੇ ਵਿੱਚ ਇੱਕ ਗੱਲ ਕਹੀ ਸੀਗੀ ਕਿ ਪੰਜਾਬ ਦੇ ਵਿੱਚ ਜੋ ਲੋਕ ਮਿਲੀ ਭੁਗਤ ਦੀ ਰਾਜਨੀਤੀ ਕਰ ਰਹੇ ਨੇ ਜੀ ਉਹਨਾਂ ਨੂੰ ਠੋਕ ਦਿਓ, ਯਾਨੀ ਠੋਕ ਦਿਓ ਮਤਲਬ ਆਪਣੇ ਸਟਾਈਲ ਦੇ ਵਿੱਚ ਉਹ ਕਹਿੰਦੇ ਨੇ ਵੀ ਉਹਨਾਂ ਨੂੰ ਠੋਕ ਦਿਓ। ਤੇ ਅਗਲੇ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਗੱਲ ਕਹੀ ਕਿ ਕੈਪਟਨ ਸਾਹਿਬ ਨੂੰ ਸਿੱਧੂ ਤੋਂ ਖਤਰਾ ਹੈ ਔਰ ਸਿੱਧੂ ਚਾਹੁੰਦਾ ਹੈ ਕਿ ਕੈਪਟਨ ਸਾਹਿਬ ਨੂੰ ਹਟਾ ਕੇ ਉਹ ਖੁਦ ਮੁੱਖ ਮੰਤਰੀ ਬਣ ਜਾਏ। ਜੀ 2-3 ਦਿਨਾਂ ਦੇ ਬਾਅਦ ਜਦ ਰਿਜ਼ਲਟ ਆਇਆ 23 ਮਈ ਨੂੰ, ਜੀ 23 ਮਈ ਤੋਂ ਬਾਅਦ ਅਗਲੇ ਦਿਨ ਹੀ ਕੈਪਟਨ ਸਾਹਿਬ ਨੇ ਸਿੱਧੂ ਉਹਨਾਂ ਦਾ ਮਹਿਕਮਾ ਚੇਂਜ ਕਰਤਾ, ਇਹ ਕਹਿ ਕੇ ਕਿ ਸਿੱਧੂ ਉਹਨਾਂ ਅਰਬਨ ਲੋਕਲ ਬੋਡੀਜ਼ ਮਿਨਿਸਟਰ ਸੀਗੇ ਜੀ ਔਰ ਜਿਹੜੀ ਵੀ ਅਰਬਨ ਸੀਟਾਂ ਸੀਗੀ ਉੱਥੇ ਕਾਂਗਰਸ ਦਾ ਪ੍ਰਦਰਸ਼ਨ ਘਟ ਰਿਹਾ ਹੈ ਤੇ ਉਹਨਾਂ ਦਾ ਪੋਰਟਫੋਲੀਓ ਚੇਂਜ ਕਰਕੇ ਪਾਵਰ ਮਿਨਿਸਟਰ ਬਣਾਇਆ ਗਿਆ। ਪਾਵਰ ਮਿਨਿਸਟਰੀ ਸਿੱਧੂ ਉਹਨਾਂ ਨੇ ਕਦੀ ਜੁਆਇਨ ਨਹੀਂ ਕੀਤੀ, ਅਲਟੀਮੇਟਲੀ ਉਹਨਾਂ ਨੇ ਕੈਬਨਿਟ ਤੋਂ ਰਿਜ਼ਾਈਨ ਕਰਤਾ ਔਰ ਤਦ ਤੋਂ ਲੈ ਕੇ ਅੱਜ ਤੱਕ ਕਦੀ ਅਟਕਲਾਂ ਲੱਗਦੀਆਂ ਹੈ ਕਿ ਸਿੱਧੂ ਉਹਨਾਂ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹੈ, ਕਦੀ ਅਟਕਲਾਂ ਲੱਗਦੀ ਹੈ ਕਿ ਸਿੱਧੂ ਉਹਨਾਂ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਹੁਣ ਇੱਕ ਵੱਡੀ ਰਿਸਪੌਂਸਿਬਿਲਿਟੀ ਪੰਜਾਬ ਦੇ ਵਿੱਚ ਲੈਣਾ ਚਾਹ ਰਹੇ ਨੇ। ਪਰ ਹੁਣ ਅੱਜ ਜਿਹੜੀ ਖਬਰ ਆਈ ਹੈ ਉਹ ਵੀ ਉਸ ਸੀਰੀਜ਼ ਦੀ ਹੀ ਇੱਕ ਖਬਰ ਹੈਗੀ ਹੈ ਕਿ ਅਗਲੇ ਮਹੀਨੇ ਪੰਜਾਬ ਦੀ ਕਾਂਗਰਸ ਕਮੇਟੀ ਦੇ ਵਿੱਚ ਵੱਡੇ ਬਦਲਾਅ ਆਉਣਗੇ ਔਰ ਸਿੱਧੂ ਨੂੰ ਇੱਕ ਵੱਡੀ ਰਿਸਪੌਂਸਿਬਿਲਿਟੀ ਦਿੱਤੀ ਜਾ ਸਕਦੀ ਹੈ। ਹੁਣ ਦਿੱਤੀ ਜਾਂਦੀ ਹੈ ਕਿ ਨਹੀਂ ਇਹ ਤੇ ਅਗਲੇ ਮਹੀਨੇ ਪਤਾ ਲੱਗੇਗਾ, ਪਰ ਫਿਲਹਾਲ ਕਮੇਟੀਆਂ ਸਾਰੀ ਭੰਗ ਹੈ। ਪੰਜਾਬ ਕਮੇਟੀ ਦਾ ਪੁਨਰਗਠਨ ਡਿਊ ਹੈਗਾ ਔਰ ਉਸ ਡਿਊ ਪ੍ਰੋਸੈਸ ਦੇ ਵਿੱਚ ਸਿੱਧੂ ਨੂੰ ਕਿਹੜੀ ਜਗ੍ਹਾ ਮਿਲਦੀ ਹੈ ਇਹ ਤੇ ਖੈਰ ਆਉਣ ਵਾਲਾ ਸਮਾਂ ਹੀ ਦੱਸੂਗਾ। ਜੀ ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਮੁੰਬਈ ਤੋਂ ਇੱਕ ਦੁਖਦ ਖਬਰ ਹੈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ਦੇ ਵਿੱਚ ਖੁਦਕੁਸ਼ੀ ਕਰ ਲਈ ਫਾਹਾ ਲਾ ਕੇ। ਡਿਪਰੈਸ਼ਨ ਦੀ ਗੱਲ ਜਿਹੜੀ ਆ ਲਗਾਤਾਰ ਹੁੰਦੀ ਆ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ, ਔਰ ਇਸ ਤਰ੍ਹਾਂ ਦੇ ਜਦੋਂ ਕੇਸ ਸਾਹਮਣੇ ਆਉਂਦੇ ਨੇ ਤਾਂ ਲੱਗਦਾ ਹੈ ਕਿ ਡਿਪਰੈਸ਼ਨ ਸ਼ਾਇਦ ਬਹੁਤ ਵੱਡੀ ਜਗ੍ਹਾ ਘੇਰ ਚੁੱਕਾ ਹੈ ਸਾਡੀ ਜ਼ਿੰਦਗੀਆਂ ਦੇ ਵਿੱਚ। ਕੀ ਕਹੋਗੇ ਇਸ ਤੇ? ਡਿਪਰੈਸ਼ਨ ਤੋਂ ਬਾਅਦ ਸੁਸ਼ਾਂਤ ਰਾਜਪੂਤ ਵਰਗੇ ਹਸਮੁਖ ਚਿਹਰੇ ਵਾਲੇ ਵਿਅਕਤੀ ਦਾ, ਐਕਟਰ ਦਾ ਖੁਦਕੁਸ਼ੀ ਕਰ ਲੈਣਾ ਜੀ ਇਹ ਸਮਾਜ ਦੇ ਵਿੱਚ ਇਹ ਸਿਰਫ ਸੁਸ਼ਾਂਤ ਦੀ ਖੁਦਕੁਸ਼ੀ ਕਰਨ ਦਾ ਇਨਸੀਡੈਂਟ ਹੀ ਨਹੀਂ ਜੀ, ਜੋ ਸਮਾਜ ਦੇ ਵਿੱਚ ਡਿਪਰੈਸ਼ਨ ਫੈਲ ਰਿਹਾ। ਔਰ ਤੁਸੀਂ ਪਿਛਲੇ ਦਿਨੋਂ ਕਈ ਖਬਰਾਂ ਦੇਖੀਆਂ ਹੋਣਗੀਆਂ ਕਿ ਕਈ ਟੀਵੀ ਸੀਰੀਅਲ ਦੇ ਐਕਟਰ ਐਕਟਰੈਸ ਉਹਨਾਂ ਨੇ ਸੁਸਾਈਡ ਕੀਤੇ। ਉਹਦਾ ਕਾਰਨ ਹੈ ਕਿ ਜਿਹੜੀ ਰੰਗੀਨ ਦੁਨੀਆ ਤੁਹਾਨੂੰ ਬਾਹਰੋਂ ਦਿਖਾਈ ਜਾਂਦੀ ਹੈ ਉਹਦੇ ਵਿੱਚ ਕਾਫੀ ਖੋਖਲਾਪਨ ਵੀ ਹੈ। ਜੀ ਸੁਸ਼ਾਂਤ ਰਾਜਪੂਤ ਆਪਣੇ ਆਪ ਵਿੱਚ ਸਕਸੈਸਫੁਲ ਐਕਟਰ ਲੱਗਦੇ ਸੀਗੇ ਔਰ ਉਹਨਾਂ ਦੀ ਕਈ ਫਿਲਮਾਂ ਵੀ ਹਿੱਟ ਹੋਈ, ਪਰ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਸੀ। ਇਹ ਗੱਲ ਵੀ ਸਾਹਮਣੇ ਆਈ ਜਦ ਉਹਨਾਂ ਨੇ ਆਪਣੇ ਨੌਕਰਾਂ ਨੂੰ ਇਹ ਗੱਲ ਕੁਝ ਦਿਨ ਪਹਿਲੇ ਕਹੀ ਕਿ ਮੈਂ ਸ਼ਾਇਦ ਅਗਲੇ ਮਹੀਨੇ ਦੀ ਤੁਹਾਡੀ ਤਨਖਾਹ ਵੀ ਦੇ ਪਾਵਾਂਗਾ ਕਿ ਨਹੀਂ ਦੇ ਪਾਵਾਂਗਾ। ਇਹ ਇੰਡੀਕੇਟ ਕਰਦਾ ਹੈ ਕਿ ਜਿਹੜਾ ਪ੍ਰੋਸੈਸ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਹੈਗਾ, ਕਈ ਵਾਰ ਤੁਹਾਨੂੰ ਸਟੇਟਸ ਦਿਖਾਉਣ ਵਾਸਤੇ ਕੁਝ ਐਦਾਂ ਦੇ ਖਰਚੇ ਕਰਨੇ ਪੈਂਦੇ ਆ ਜਿਹਨੂੰ ਤੁਸੀਂ ਮੇਨਟੇਨ ਨਹੀਂ ਕਰ ਸਕਦੇ। ਪਰ ਓਵਰਆਲ ਤਰੀਕੇ ਨਾਲ ਦੇਖੀਏ ਤੇ ਸੁਸ਼ਾਂਤ ਨੂੰ ਇੰਨੀ ਆਰਥਿਕ ਤੰਗੀ ਸੀ, ਇਹਦਾ ਕਦੀ ਵੀ ਅਹਿਸਾਸ ਉਹਨਾਂ ਦੇ ਜਾਣਨ ਵਾਲੇ ਉਹਨਾਂ ਦੇ ਦੋਸਤ ਮਿੱਤਰਾਂ ਨੂੰ ਕਦੀ ਵੀ ਨਹੀਂ ਹੋਇਆ। ਪਰ ਇਹ ਜਿਹੜਾ ਉਹਨਾਂ ਨੇ ਸਟੈਪ ਚੱਕਿਆ ਸੁਸਾਈਡ ਦਾ, ਉਹ ਡਿਪਰੈਸ਼ਨ ਦੇ ਵਿੱਚ ਚੱਕਿਆ ਔਰ ਉਸ ਡਿਪਰੈਸ਼ਨ ਦੀ ਦਵਾਈ 6 ਮਹੀਨੇ ਤੋਂ ਖਾ ਰਹੇ ਸੀਗੇ। ਹਜੇ ਇਨਵੈਸਟੀਗੇਸ਼ਨ ਪੁਲਿਸ ਦੀ ਚੱਲਦੀ ਹੈ, ਉਸ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲ ਕੇ ਆਂਦਾ ਹੈ ਇਹ ਤੇ ਬਾਅਦ ਚੋਂ ਪਤਾ ਲੱਗੇਗਾ। ਪਤਾ ਇਹ ਵੀ ਚੱਲਿਆ ਕਿ ਉਹਨਾਂ ਦੀ ਨਵੰਬਰ ਦੇ ਵਿੱਚ ਸ਼ਾਦੀ ਸੀਗੀ ਔਰ ਉਸ ਸ਼ਾਦੀ ਕਿਹਦੇ ਨਾਲ ਸੀਗੀ ਇਹਦਾ ਖੁਲਾਸਾ ਹਜੇ ਤੱਕ ਨਹੀਂ ਕੀਤਾ ਗਿਆ। ਪਰ ਇਹ ਸਾਰੀ ਗੱਲਾਂ ਨੂੰ ਜਦ ਪ੍ਰੋਪਰ ਤਰੀਕੇ ਨਾਲ ਪੁਲਿਸ ਇਨਵੈਸਟੀਗੇਟ ਕਰੇਗੀ ਤੇ ਕੁਛ ਨਾ ਕੁਛ ਰੀਜ਼ਨ ਜ਼ਰੂਰ ਨਿਕਲੇਗਾ ਕਿ ਜਿਹਦੇ ਕਰਕੇ ਸੁਸ਼ਾਂਤ ਨੂੰ ਇਹ ਲਾਸਟ ਸਟੈਪ ਚੱਕਣਾ ਪਿਆ। ਔਰ ਇਸ ਐਕਸਟ੍ਰੀਮ ਸਟੈਪ ਚੱਕਣ ਤੋਂ ਬਾਅਦ ਲੋਕਾਂ ਦਾ ਦੁੱਖ, ਉਹਨਾਂ ਦੇ ਫੈਨਸ ਦਾ ਦੁੱਖ ਉਹਨਾਂ ਦੇ ਪ੍ਰਤੀ ਜਾਂ ਉਹਨਾਂ ਦੇ ਇਸ ਕੀਤੇ ਹੋਏ ਸਟੈਪ ਦੇ ਪ੍ਰਤੀ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਸਾਰਿਆਂ ਨੂੰ ਬਹੁਤ ਦੁੱਖ ਹੈ। ਬਿਲਕੁਲ, ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਸਮਾਪਤ ਹੋ ਰਿਹਾ। ਰਾਜੀਵ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਨੇ, ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਰਾਜੀਵ ਭਾਸਕਰ ਨੂੰ ਦਿਓ ਇਜਾਜ਼ਤ। ਧੰਨਵਾਦ।